वाहिगुरु जी का खालसा वाहिगुरु जी की फतेह। परम सम्मानयोग सतगुरां दे हजूर जुड़ मिल बैठे रब रूप गुरमुख सत्संगी जन, सतगुरु जी की बख्शिश महरामत का सदका गुरु दर ते जुड़न का सुभाग समा नसीब होया। सतगुरु जी की इलाही बाणी का कीर्तन गुरु के प्यारे कीर्तनिया पासों आप जी ने सरवण किया। गुरु कृपा नाल गुरु दर ते जुड़ के सतगुरु की बाणी द्वारा वाहिगुरु नाल जुड़न का सांझ पाउण का निमाणा जिहा उपराला कर रहे हैं। सतगुरु रहमत करदे हैं समझाते हैं कि मनुख दे अंदर इहदे जीवन विच कई तरह के भरम हौली हौली पैदा होंदे जांदे ने। कुछ समाज दियां कथा कथित रीतां दे मुताबिक चलते रहंदे ने, कुछ बंदा अपने हिसाब नाल ज्ञान तो हीना हो के अज्ञानता वस कुछ कर्म करदा है। जिहड़ा भी कर्म ज्ञान तो हीना हुंदा है, जिस कर्म दे विच ज्ञान ना होवे वो कर्म साडा बहुती महत्ता नहीं रखता। उस कर्म नूं करन दा कोई लाभ नहीं। इसलिए जिहड़ा भी कर्म अज्ञानता दे विच कीता गया कर्म है, वो कर्म देखण समझण नूं भावें लगदा होवे कि बहुत पुण्य दा कर्म है, पर उन्होंने पुण्य दा नहीं कहा जा सकता। अज्ञानता दे वस माड़ा कर्म भी किया जावे तां उस कर्म नूं भी माड़ा नहीं कहा जाता, क्योंकि वो भी अज्ञानता दे वस। अज दे इस समय विच बंदे नूं ज्ञान नहीं है, समझ नहीं है, ते अज्ञान है, ज्ञान है कोई नहीं। ज्ञान की अणहोंद विच ये चंगे काम भी करी जाता है, ये मंदे कर्म भी करी जाता है। इसलिए ये चंगे ते मंदे कर्म दोनों ही कोई महत्ता नहीं रखते। क्यों? क्योंकि ज्ञान ही नहीं है, समझ ही नहीं है। ज्ञान नाल कुछ भी करेगा तो इहदा हर कर्म सफल होवेगा। अज्ञान नाल चंगा कर्म भी करे तो उहदा भी कोई लाभ नहीं मिलता। इसलिए ज्ञान एक ऐसी शै है जिहड़ी बंदे दे जीवन दे विचों भरमां नूं, वहमां नूं, पखंडां नूं खत्म कर देंदी है। ज्ञान सूरज दे प्रकाश वर्गा है कि जदों सूरज का प्रकाश साडे तक पहुँचता है, जमीन तक, तो चानण कर दिंदा है। हनेरा चाहे जिन्ना मर्जी विशाल होवे, हनेरा कई सौ सालां तो, कई हजार सालां तो हनेरा होवे ते जरा जिहा चानण, जरा जिहा प्रकाश उस हनेरे दियां जड़ां हिला दिंदा जे। कई ऐसियां थावां हैगियां जिथे कदे चानण होया ही नहीं अज तक, जिथे कदे प्रकाश हो ही नहीं सकिया। ते उन्हां थाहां विच जदों प्रकाश होया, जदों चानण होया, तां हनेरा उत्थों भी बिनस गया।
ਅਗਿਆਨਤਾ ਇਹੀ ਬੰਦੇ ਨੂੰ ਗਲਤ ਪਾਸੇ ਲੈ ਜਾਂਦੀ। ਗਿਆਨ ਦੀ ਅਣਹੋਂਦ ਬੰਦੇ ਕੋਲੋਂ ਗਲਤ ਕੰਮ ਕਰਵਾ ਲੈਂਦੀ। ਸਮਝ ਨਹੀਂ, ਪਤਾ ਨਹੀਂ। ਇਸ ਲਈ ਅਗਿਆਨੀ ਬੰਦਾ ਨਾ ਕੁਛ ਪਤਾ ਹੋਣ ਦੇ ਬਾਵਜੂਦ ਵੀ ਇਸ ਗੱਲ ਦਾ ਦਾਅਵਾ ਕਰਦਾ ਰਹਿੰਦਾ ਹੈ ਕਿ ਮੈਨੂੰ ਬਹੁਤ ਕੁਛ ਪਤਾ ਹੈ। ਅਗਿਆਨੀ ਬੰਦਾ ਇਹ ਦਾਅਵਾ ਕਰਦਾ ਰਹਿੰਦਾ ਕਿ ਮੈਂ ਸਭ ਜਾਣਦਾ, ਜਦ ਕਿ ਜਾਣਦਾ ਉਹ ਕੁਛ ਵੀ ਨਹੀਂ ਹੈ, ਪਤਾ ਉਹਨੂੰ ਕੁਛ ਵੀ ਨਹੀਂ ਹੈ। ਇਸ ਲਈ ਅਗਿਆਨੀ ਬੰਦੇ ਦੇ ਜੀਵਨ ਵਿੱਚ ਕਦੇ ਵੀ ਕੁਛ ਵੀ ਵਿਕਾਸ ਨਹੀਂ ਹੁੰਦਾ ਹੈ। ਅਗਿਆਨੀ ਬੰਦੇ ਦੇ ਜੀਵਨ ਵਿੱਚ ਕਦੇ ਸੁੱਖ ਨਹੀਂ ਆਉਂਦਾ। ਉਹ ਸੁੱਖ ਦਾ ਆਨੰਦ ਕਦੇ ਮਾਣ ਹੀ ਨਹੀਂ ਪਾਉਂਦਾ, ਕਿਉਂਕਿ ਉਸ ਨੂੰ ਭਰਮ ਹੀ ਪਿਆ ਰਹਿੰਦਾ ਸਾਰੀ ਜ਼ਿੰਦਗੀ। ਉਹ ਭਰਮ ਵਿੱਚ, ਭੁਲੇਖੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਜਾਂਦਾ। ਭੁਲੇਖਾ ਆਪਣੇ ਗਿਆਨੀ ਹੋਣ ਦਾ, ਭਰਮ ਆਪਣੇ ਸਿਆਣੇ ਹੋਣ ਦਾ, ਭਰਮ ਆਪਣੇ ਚੰਗੇ ਹੋਣ ਦਾ ਕਿ ਮੈਂ ਸਭ ਤੋਂ ਚੰਗਾ। ਬਸ ਇਸੇ ਭਰਮ ਵਿੱਚ ਉਹ ਮਰਦਾ ਹੈ। ਮੇਰੇ ਵਰਗਾ ਧਰਮੀ ਕੋਈ ਨਹੀਂ, ਇਸ ਭਰਮ ਵਿੱਚ ਉਹ ਸਮੁੱਚਾ ਜੀਵਨ ਜੀ ਜਾਂਦਾ ਹੈ। ਇਸ ਲਈ ਜਦੋਂ ਗਿਆਨ ਆਉਂਦਾ ਹੈ ਤਾਂ ਫਿਰ ਇਹੋ ਜਿਹੇ ਸਭ ਭਰਮਾਂ ਦਾ ਨਾਸ਼ ਹੋ ਜਾਂਦਾ ਹੈ। ਜਦੋਂ ਗਿਆਨ ਹੁੰਦਾ ਹੈ ਤਦੋਂ ਸਭ ਤਰ੍ਹਾਂ ਦੇ ਪਖੰਡ ਬਿਨਸ ਜਾਂਦੇ ਨੇ। ਚਾਹੇ ਕੋਈ ਵੀ ਹੋਵੇ, ਮਜ਼ਬੂਤ ਤੋਂ ਮਜ਼ਬੂਤ ਵੀ, ਵਿਸ਼ਾਲ ਤੋਂ ਵਿਸ਼ਾਲ ਭਰਮ ਵੀ, ਸਦੀਆਂ ਤੋਂ ਜਿਹਨੂੰ ਸੱਚ ਮੰਨੀ ਬੈਠੇ ਆ, ਉਹ ਵੀ ਬਿਨਸ ਜਾਂਦਾ ਹੈ। ਸਦੀਆਂ ਤੋਂ ਘੁੱਪ ਹਨੇਰਾ, ਉਹ ਵੀ ਮਿਟ ਜਾਂਦਾ ਹੈ, ਉਹ ਵੀ ਖਤਮ ਹੋ ਜਾਂਦਾ ਹੈ। ਬਸ ਜਰਾ ਜਿਹਾ ਚਾਨਣ ਹੋਣ ਨਾਲ, ਜਰਾ ਜਿਹਾ ਗਿਆਨ ਹੋਣ ਨਾਲ ਸਭ ਅਗਿਆਨਤਾ ਮਿਟ ਜਾਂਦੀ। ਅੱਜ ਦਾ ਇਹ ਸ਼ਬਦ, ਇਸ ਸ਼ਬਦ ਅੰਦਰ ਕਬੀਰ ਸਾਹਿਬ ਗਿਆਨ ਦੀ ਹੀ ਇੱਕ ਗੱਲ ਸਾਨੂੰ ਸਮਝਾ ਰਹੇ। ਕਬੀਰ ਸਾਹਿਬ ਕਹਿੰਦੇ ਕਿ ਗਿਆਨ ਦੀ ਹਨੇਰੀ ਆਈ। ਗੌੜੀ ਰਾਗ ਅੰਦਰ 331 ਅੰਗ ਤੇ ਇਹ ਸ਼ਬਦ ਦਰਜ ਹੈ। ਕਬੀਰ ਸਾਹਿਬ ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ ਅੰਧੀ। ਗਿਆਨ ਦੀ ਐਸੀ ਹਨੇਰੀ ਆਈ ਹੈ ਕਿ ਇਸ ਗਿਆਨ ਦੀ ਹਨੇਰੀ ਨੇ ਸਭ ਭਰਮ ਭੁਲੇਖੇ ਸਭ ਉਡਾ ਕੇ ਰੱਖ ਦਿੱਤੇ। ਜਦੋਂ ਬੜੀ ਤੇਜ਼ ਹਨੇਰੀ ਆਉਂਦੀ ਹੈ ਨਾ, ਤਾਂ ਉਹ ਵੱਡੇ ਵੱਡੇ ਵਿਸ਼ਾਲ ਦਰਖਤਾਂ ਨੂੰ ਜੜ ਤੋਂ ਪੁੱਟ ਛੱਡਦੀ ਹੈ। ਘਰਾਂ ਦੀਆਂ ਛੱਤਾਂ ਤੱਕ ਉਡਾ ਜਾਂਦੀ ਹੈ ਜਦੋਂ ਹਨੇਰੀ ਤੂਫਾਨ ਦੇ ਰੂਪ ਵਿੱਚ ਆਉਂਦੀ। ਕਬੀਰ ਸਾਹਿਬ ਕਹਿੰਦੇ ਦੇਖੋ ਭਾਈ, ਗਿਆਨ ਕੀ ਆਈ ਆਂधी, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਧੀ। ਭਰਮ ਦੀ ਜਿਹੜੀ ਇਹ ਛੰਨ ਸੀ, ਟਾਟੀ ਮਤਲਬ ਛੰਨ, ਇਹ ਜੋ ਭਰਮ ਦੀ ਛਪਰੀ ਬਣਾਈ ਹੋਈ ਸੀ ਨਾ, ਇਹ ਜੋ ਭਰਮ ਦੀ ਕੁੱਲੀ ਬਣਾ ਕੇ ਬੈਠਾ ਹੋਇਆ ਸੀ ਮੈਂ, ਉਹ ਸਾਰੀ ਉੱਡ ਗਈ। ਭਰਮ ਬਚਿਆ ਹੀ ਨਹੀਂ। ਜਦੋਂ ਭਰਮ ਦਾ ਘਰ ਹੀ ਉੱਡ ਗਿਆ, ਛੱਪਰ, ਜਦੋਂ ਛੱਪਰ ਉੱਡ ਹੀ ਗਿਆ, ਕੁੱਲੀ ਬਚੀ ਨਹੀਂ, ਹਵਾ ਉਡਾ ਕੇ ਲੈ ਗਈ ਸਭ। ਗਿਆਨ ਉਹ ਸਭ ਕੁਝ ਸਾਡਾ ਉਡਾ ਦਿੰਦਾ ਹੈ ਜਿਹਨੂੰ ਅਸੀਂ ਸੱਚ ਸਮਝ ਕੇ ਬੈਠੇ ਹੁੰਦੇ ਹਾਂ। ਭਰਮ ਕੀ ਟਾਟੀ, ਭਰਮ ਮਤਲਬ ਜੋ ਹੈ ਹੀ ਨਹੀਂ ਉਸ ਨੂੰ ਸਮਝ ਕੇ ਬਹਿ ਜਾਣਾ। ਰਵਿਦਾਸ ਜੀ ਕਹਿੰਦੇ ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਕਿ ਭਰਮ ਕੀ ਹੈ? ਭਰਮ ਹੈ ਕਿ ਜੋ ਹੈ ਹੀ ਨਹੀਂ ਉਸ ਨੂੰ ਸੱਚ ਮੰਨਣਾ, ਉਹਨੂੰ ਸੱਚ ਸਮਝਣਾ, ਉਹ ਭਰਮ। ਕਿ ਜੋ ਹੈ ਹੀ ਨਹੀਂ
उस नूं सच समझ के जिउणा। कबीर साहब कहंदे भरम दे विच सारी दुनिया पई हुई है, ते ज्ञान जदों आया ते ज्ञान ने सब तो पहला भरम नूं ही उड़ाया। भरम दा ही संसार है सारा बनया होया, साडा अपना, हर बंदे दा आपो अपना संसार है, हर बंदे दा। जिन्ने धरती दे उत्ते मनुख ने उन्ने ही संसार ने। हर बंदे ने अपनी एक वक्री दुनिया बनाई हुई है, हर बंदे दी वक्री दुनिया। इसलिए इस दुनिया दे विच बंदा भरम दे विच जिउंदा है, क्योंकि दुनिया के सामने कुछ होर बन के दिखाउंदा है, जबकि असल विच हुंदा कुछ होर है। दुनिया नूं बहुत खूबसूरत बन के दिखाउंदा है, जबकि वैसा हुंदा नहीं। दुनिया के सामने अपने आप को प्रगट करता धार्मिक, जबकि धार्मिक नहीं हुंदा। प्रगट करता ईमानदार, ईमानदार हुंदा नहीं। जिहड़ी भी चीज़ का बंदा बहुती वेरां दावा करता है, बंदा वो हुंदा ही नहीं जिस चीज़ का दावा करता है। इसलिए ख्याल रखना कि हमेशा ही दावा करन दी लोड़, दिखावा करन दी लोड़ उन्हां लोकां नूं पैंदी है जिन्हां दे पल्ले कख नहीं हुंदा, जिन्हां दे पल्ले कख नहीं हुंदा। सरकारां 5-5 साल अपने बतीत करके चलियां जांदियां, इन्हां 5 सालां विच उन्होंने की कीता किसी बंदे नूं पता नहीं चलता कि उन्होंने आ लोक भलाई दे काम कीते, इहदे नाल लोकां नूं फायदा होवेगा, आ लाभ होवेगा, इहदे लई की कीता किसी नूं नहीं पता चलता। फिर सरकार जाण वेले ते वोटां लैणियां दोबारा, इसलिए फिर बड़े बड़े बैनर, बड़े बड़े पोस्टर, बड़े बड़े फ्लैक्स बसां दे उत्ते, थावां दे उत्ते, वख-वख जगह दे उत्ते लाउंदे ने कि लोकां नूं दस्सिया जावे कि असीं आह काम कीते ने, जबकि कीता उन्होंने कुछ भी नहीं हुंदा। सिर्फ कागजां दे विच काम होए हुंदे ने। कागजां दे उत्ते बहुत सारे बिल पास हो गए हुंदे ने, कागजां दे उत्ते बहुत सारियां चीज़ां हो गईयां हुंदियां, कागजां दे उत्ते लखां लोकां दा भला हो गया हुंदा, लखां लोकां दी गरीबी कट्टी गई हुंदी है, लखां नूं नौकरियां मिल गईयां हुंदियां। इसलिए उस चीज़ नूं फिर दिखाया जाता है फ्लैक्सां राहीं, पेपरां अखबारां राहीं, उसनूं बड़े बड़े फ्लैक्स लगा के, पोस्टर लगा के, बैनर लगा के दसना पैंदा है। जे सचमुच किसी ने काम किया होवे तां उहनूं दस्सण दी लोड़ नहीं पैंदी, उहदा काम बोलदा है। जे सचमुच कुछ करिया होवे तां लोकां दे विच पता चल जांदा है। किसी गरीब नूं नौकरी मिली होवे तां पता लग जाता है कि हाँ फलाने बंदे नूं नौकरी मिली, पर होया कुछ भी नहीं, इसलिए रौला ज़्यादा हुंदा है। जिहड़ा काम ना होवे उस चीज़ का दिखावा करना पैंदा है। बंदा ईमानदार नहीं हुंदा, उसनूं ईमानदारी का दिखावा करना पैंदा है। बंदा धर्मी नहीं हुंदा, उन्होंने धर्मी का दिखावा करना पैंदा है। जे वो सोहना नहीं हुंदा तो उन्होंने सोहने होण दे लई कई तरह के मेक ओवर करके सोहने होण का दिखावा करना पैंदा है, उन्होंने पखंड करना पैंदा है। जिवें अज ही ला लो तुसीं हिसाब कि जिउंदे जी माँ बाप का वो प्यारा नहीं सी, माँ बाप की उन्हें सेवा नहीं की, तो मरण तो बाद, माँ बाप के मरण तो बाद उन्होंने फिर कई तरह के श्राद्ध करके दिखावा करना पैंदा कि मैं अपने माँ बाप को बड़ा प्यार करता सी, मैं अपने बजुर्गों को बड़ा चाहता सी, इसलिए उन्होंने कई तरह के श्राद्ध करने पैंदे ने बाद विच दिखावा करने लई, दर्शाउणा पैंदा कि भाई मैनू एवें ना समझियो कि मैं बड़ा उन्होंने प्रेम करता सी, इसलिए तो मैं इस तरह के आदान पुण्य कर रहा। कबीर साहब कहते जदों ज्ञान की हनेरी आउंदी है ना तो इहो जिहे सारे भरम उड़ जाते थे,
ਇਹੋ ਜਿਹੇ ਸਾਰੇ ਪਖੰਡ ਉੱਡ ਜਾਂਦੇ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ। ਕਿਉਂਕਿ ਗਿਆਨ ਦੀ ਹਨੇਰੀ ਫਿਰ ਭਰਮਾਂ ਨੂੰ ਨਹੀਂ ਰਹਿਣ ਦਿੰਦੀ। ਜਿੱਥੇ ਗਿਆਨ ਹੋਵੇਗਾ ਉੱਥੇ ਭਲਾ ਭਰਮ ਹੋ ਕਿਵੇਂ ਸਕਦਾ? ਜਿੱਥੇ ਗਿਆਨ ਹੋਵੇਗਾ ਉੱਥੇ ਪਖੰਡ ਕਿਵੇਂ ਹੋ ਸਕਦਾ? ਉੱਥੇ ਕੂੜ ਕਬਾੜ ਕਿਵੇਂ ਹੋ ਸਕਦਾ ਜਿੱਥੇ ਗਿਆਨ ਹੋਵੇਗਾ? ਇਸ ਲਈ ਜਿੱਥੇ ਗਿਆਨ ਹੈ ਉੱਥੇ ਹਮੇਸ਼ਾ ਸੱਚ ਹੋਵੇਗਾ। ਇਸ ਲਈ ਤੇ ਕਬੀਰ ਸਾਹਿਬ ਦਾ ਬਚਨ ਹੈ ਨਾ, ਕਬੀਰ ਸਾਹਿਬ ਕਹਿੰਦੇ ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਤੇ ਜਿੱਥੇ ਗਿਆਨ ਨਹੀਂ ਹੈ ਉੱਥੇ ਧਰਮ ਦੇ ਨਾਮ ਉੱਪਰ ਪਖੰਡ ਹੈ ਤੇ ਉੱਥੇ ਸਿਰਫ ਭਰਮ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਦੇਖੋ ਭਾਈ ਗਿਆਨ ਕੀ ਆਈ ਆਂधी ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ। ਹੁਣ ਇਹ ਮਾਇਆ ਬੱਜੀ ਹੋਈ ਰਹਿੰਦੀ ਨਹੀਂ। ਇਹ ਮਾਇਆ ਜਿਸ ਮਾਇਆ ਦੇ ਭਰਮ ਵਿੱਚ ਬੰਦਾ ਪਿਆ ਹੋਇਆ ਸੀ, ਕਿਉਂਕਿ ਮਾਇਆ ਦਾ ਭਰਮ ਹੀ ਹੈ ਨਾ, ਮਾਇਆ ਨੇ ਭਰਮਾਇਆ ਹੋਇਆ ਹੀ ਹੈ ਬੰਦੇ ਨੂੰ। ਮਾਇਆ ਨੇ ਭਰਮਾਇਆ, ਮਾਇਆ ਅਕਸਰ ਭਰਮਾ ਲੈਂਦੀ ਬੰਦੇ ਨੂੰ, ਰੂਪ ਰਾਹੀਂ, ਪੈਸੇ ਰਾਹੀਂ, ਚਮਕ ਦਮਕ ਰਾਹੀਂ ਬੰਦਾ ਭਰਮ ਹੀ ਜਾਂਦਾ। ਇਸ ਮਾਇਆ ਦੇ ਵਿੱਚ ਬੰਦਾ ਭਰਮ ਹੀ ਜਾਂਦਾ। ਤੇ ਹੁਣ ਨਹੀਂ ਭਰਮਦਾ ਕਿਉਂਕਿ ਹੁਣ ਗਿਆਨ ਆ ਗਿਆ। ਹੁਣ ਨਹੀਂ ਭਰਮਦਾ, ਹੁਣ ਇਸ ਮਾਇਆ ਦੇ ਵਿੱਚ ਨਹੀਂ ਉਲਝਦਾ। ਰਹਿ ਨਾ ਮਾਇਆ ਬੰਦੀ, ਹੁਣ ਇਹ ਮਾਇਆ ਰਹਿੰਦੀ ਨਹੀਂ। ਸਭੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ। ਹੁਣ ਕਿਉਂਕਿ ਇਹ ਜਿਹੜੀ ਭਰਮ ਦੀ ਜੋ ਛਪਰੀ ਸੀ, ਭਰਮ ਦੀ ਜੋ ਛੰਨ ਸੀ, ਇਹਨੂੰ ਮਾਇਆ ਨੇ ਬੰਨ ਕੇ ਰੱਖਿਆ ਹੋਇਆ ਸੀ। ਇਸ ਨੂੰ ਮਾਇਆ ਨੇ ਟਿਕਾਇਆ ਹੋਇਆ ਸੀ। ਜਦ ਮਾਇਆ ਹੀ ਨਹੀਂ ਰਹੀ, ਜਦ ਮਾਇਆ ਹੀ ਨਹੀਂ ਰਹੀ, ਜਿਵੇਂ ਤੁਸੀਂ ਦੇਖਦੇ ਹੋ ਕਿ ਕਿਸੇ ਬੰਦੇ ਨੇ ਤੰਬੂ ਲਗਾਇਆ ਹੋਇਆ ਕੋਈ, ਹੁਣ ਤੰਬੂ ਨੂੰ ਲਗਾਇਆ, ਉਹਨੂੰ ਰੱਸਿਆਂ ਦੇ ਨਾਲ ਬੰਨਣਾ ਪੈਂਦਾ। ਤੰਬੂ ਨੂੰ ਰੱਸੀਆਂ ਦੇ ਨਾਲ ਬੰਨਣਾ ਪੈਂਦਾ। ਉਹਨਾਂ ਦਾ ਰੱਸਿਆਂ ਨਾਲ ਬੰਨਿਆ ਹੋਇਆ ਤੰਬੂ ਟਿਕਦਾ, ਉਂਝ ਨਹੀਂ ਟਿਕਦਾ ਉਹ। ਕਿਉਂਕਿ ਜੇ ਉਹਨੂੰ ਵੈਸੇ ਹੀ ਬਿਨਾਂ ਰੱਸੀ ਤੋਂ ਖੜਾ ਕਰ ਦਿਆਂਗੇ ਤਾਂ ਜਰਾ ਜੀ ਹਵਾ ਨਾਲ ਉਹ ਡਿੱਗ ਪਵੇਗਾ। ਉਹਨੂੰ ਬੰਨਣਾ ਪੈਂਦਾ ਰੱਸਿਆਂ ਨਾਲ। ਇਸ ਲਈ ਚਾਰੇ ਪਾਸੇ ਉਹਦੇ ਰੱਸੇ ਜਿਹੜੇ ਨੇ ਉਹਦੇ ਬੰਨਣੇ ਪੈਂਦੇ ਨੇ, ਖਿੱਚ ਖਿੱਚ ਕੇ, ਗੱਡ ਗੱਡ ਕੇ, ਕਿੱਲਿਆਂ ਨਾਲ ਰੱਸਿਆਂ ਨੂੰ ਬੰਨਣਾ ਪੈਂਦਾ। ਕਬੀਰ ਸਾਹਿਬ ਕਹਿੰਦੇ ਇਹ ਮਾਇਆ ਜਿਹੜੀ ਹੈ ਨਾ, ਇਸ ਮਾਇਆ ਦੀ ਰੱਸੀ ਨਾਲ ਬੰਨੀ ਹੋਈ ਸੀ ਇਹ ਛੰਨ ਮਾਇਆ। ਹੁਣ ਜਦ ਮਾਇਆ ਹੀ ਨਹੀਂ ਰਹੀ, ਜਦੋਂ ਰੱਸੀ ਹੀ ਨਹੀਂ ਰਹੀ, ਤਾਂ ਫਿਰ ਇਹ ਛੰਨ ਕਿਵੇਂ ਰਹੇਗੀ? ਰਹੇ ਨਾ ਮਾਇਆ ਬੰਦੀ। ਮਾਇਆ ਦੀ ਬੰਦੀ ਹੋਈ ਹੁਣ ਇਹ ਭਰਮ ਦੀ ਛੰਨ ਹੁਣ ਨਹੀਂ ਰਹਿੰਦੀ। ਹੁਣ ਉਡਾ ਕੇ ਲੈ ਗਏ ਗਿਆਨ ਦੀ ਹਨੇਰੀ। ਗਿਆਨ ਦੀ ਹਨੇਰੀ ਨੇ ਸਭ ਕੁਝ ਉਡਾ ਦਿੱਤਾ, ਛੰਨ ਸਭ ਉਡਾ ਦਿੱਤੀ। ਹੁਣ ਪਿੱਛੇ ਕੁਝ ਵੀ ਨਹੀਂ ਬਚਿਆ। ਜਦੋਂ ਭਰਮ ਮਿਟ ਜਾਵੇ ਤਾਂ ਪਿੱਛੇ ਕੀ ਬਚਦਾ? ਕਦੀ ਤੁਹਾਡੇ ਨਾਲ ਐਸਾ ਵਾਪਰਿਆ ਹੋਵੇਗਾ ਕਿ ਤੁਹਾਨੂੰ ਕੋਈ ਗੱਲ ਉਹ ਕਿਸੇ ਹੋਰ ਹਿਸਾਬ ਨਾਲ ਲੱਗਦੀ ਸੀ, ਤੁਸੀਂ ਉਸ ਗੱਲ ਨੂੰ ਕਿਸੇ ਹੋਰ ਢੰਗ ਨਾਲ ਸਮਝਦੇ ਸੀ, ਪਰ ਜਦੋਂ ਸਹੀ ਉਹ ਗੱਲ ਸਮਝ ਆ ਗਈ ਉਦੋਂ ਕੀ ਅਹਿਸਾਸ ਹੋਇਆ? ਪਹਿਲਾਂ ਕੁਝ ਹੋਰ ਸਮਝ ਸੀ, ਹੁਣ ਕੁਝ ਹੋਰ। ਅੱਜ ਤੋਂ 5 ਸਾਲ 10 ਸਾਲ ਪਹਿਲਾਂ ਸਾਡੀ ਸਮਝ ਕੁਝ ਹੋਰ ਸੀ, ਹੁਣ ਕੁਝ ਹੋਰ। ਹੁਣ ਉਹੀ ਗੱਲਾਂ ਜਿਹੜੀਆਂ 10 ਸਾਲ 20 ਸਾਲ ਪਹਿਲਾਂ ਕੈਸੀਆਂ ਲੱਗਦੀਆਂ ਸੀ ਤੇ ਹੁਣ ਕੈਸੀਆਂ ਲੱਗਦੀਆਂ। ਫਰਕ ਪੈ ਗਿਆ ਨਾ ਸਮਝ ਵਿੱਚ। ਜਦੋਂ ਅਸੀਂ ਬੱਚੇ ਸਾਂ ਉਦੋਂ ਕੁਝ ਗੱਲਾਂ ਸਾਡੀ ਸਮਝ ਵਿੱਚ ਪੈਂਦੀਆਂ ਸਨ, ਕੁਝ ਨਹੀਂ ਪੈਂਦੀਆਂ ਸਨ। ਉਦੋਂ ਨਾਲੋਂ ਹੁਣ ਤੱਕ ਸਾਡੀ ਸਮਝ ਦਾ ਜੋ ਵਿਕਾਸ ਹੋਇਆ ਉਹਨੇ ਸਾਡੇ ਬਹੁਤ ਸਾਰੇ ਭਰਮ ਮਿਟਾ ਦਿੱਤੇ ਨੇ, ਉਹਨੇ ਸਾਡੇ ਬਹੁਤ ਸਾਰੇ ਪਖੰਡ ਮਿਟਾ ਦਿੱਤੇ। ਜਦੋਂ ਗਿਆਨ ਹੋ ਜਾਂਦਾ ਬੰਦੇ ਨੂੰ ਉਦੋਂ ਅਗਿਆਨਤਾ ਆਪਣੇ ਆਪ ਬਿਨਸ ਜਾਂਦੀ ਹੈ, ਉਦੋਂ ਭਰਮ ਆਪਣੇ ਆਪ ਡਿੱਗ ਪੈਂਦਾ। ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤੇ ਸਭ ਕੁਝ ਉਡਾ ਦਿੰਦੀ ਹੈ। ਗੁਰੂ ਇਸੇ ਤਰ੍ਹਾਂ ਸਾਡੇ
जो भी आले दुआले कूड़ कवाड़ असीं इकट्ठा कीता वो सब उड़ा दिंदा है। कबीर साहब कहते देखो भाई ज्ञान की आई आंधी सब है उड़ानी भ्रम की टाटी रह ना माया बांधी रहाओ दुचित्ते की दो थून गिरानी दुचित्ता दुबदापन दुचित्तापन दुबदा तो ये दुबदा की सी दुचित्ते की दो थून गिरानी थून कि जिहड़ी छन दी छत नूं टिकाउण वास्ते जो थम्मियां लाइयां सन लक्कड़ दियां उहनूं कहंदे थून। जिवें थंम ने ना ये थंम इन्हां नूं थून कहंदे ने। ये तो सीमेंट दे ने बजरी दे ने कंक्रीट दे ने इन्हां नूं आपां थंम कहने आ। पर जिहड़ी घाह दी छन है जो छापियां दी छन तैयार कीती है छोटी जी छपरी कुल्ली तैयार कीती है ਉਹਨੂੰ ਟਿਕਾਉਣ ਵਾਸਤੇ ਉਹਦੇ ਸੈਂਟਰ ਦੇ ਵਿੱਚ ਜੋ ਬੱਲੀਆਂ ਲਾਈਆਂ ਜਾਂਦੀਆਂ ਉਹਨੂੰ ਕਹਿੰਦੇ ਨੇ ਥੂਨ। ਦੁਚਿੱਤੇ ਕੀ ਦੋ ਥੂਨ ਗਿਰਾਨੀ ਥੂਨ ਡਿੱਗ ਪਈ ਜੋ ਵਿਚਕਾਰ ਬੱਲੀ ਲਾਈ ਸੀ ਜੋ ਵਿਚਕਾਰ ਛੱਤ ਨੂੰ ਸਪੋਰਟ ਦੇਣ ਲਈ ਛੱਤ ਨੂੰ ਟਿਕਾਈ ਰੱਖਣ ਦੇ ਲਈ ਜੋ ਹੇਠਾਂ ਸਪੋਰਟ ਦਿੱਤੀ ਸੀ ਉਹ ਡਿੱਗ ਪਈ। दुचित्ते की दो थून गिरानी दोनों डिग पईयां दोनों थम्मियां डिग पईयां। दुचित्ता दुबदापन कदे इस पासे नूं जांदा ते कदे इस पासे नूं एक धार्मिक कर्म कर लैंदा एक कुछ माड़ा कर्म कर लैंदा नाल नाल चलदा बंदा दुचित्ते विच पिया होया दुबदा विच दुचित्तापन क्योंकि दो चित्त ने एक चित्त कहंदा कि यह काम करना चाहिए दूजा चित्त कहंदा यह काम नहीं करना चाहिए। तो बंदा बहुती वेरा जिहड़ा चित्त कहंदा ना कि काम करना चाहिए उहदे नाल तुरदा भावें वो माड़ा ही होवे वो जो रोकदा है उसनूं नहीं उहदे नाल नहीं तुरदा जिहड़ा उस काम दी सपोर्ट करदा है उहदे नाल तुरदा है। इसलिए माड़े काम वाले पासे बंदा छेती तुर पैंदा। कबीर साहब कहंदे दुचित्ते पन दियां दोनों थम्मियां डिग पईयां दुचित्ते की दो थून गिरानी मोह बलेंडा टूटा। बलेंडा मतलब कि जिवें पहला घरां दे विच अजकल ते लैंटर पैंदे ने पहले समयां विच लोग गाडर जां सतीरियां उन्हां दे नाल छत पाउंदे सन ते सतीरी ला के उहदे उपर फिर फट्टे रख के जां बाले रख के इट्टां रख के फिर अगे फर्श पाया जाता सी उपर छत पाई जाती सी। इत्थे वलेंडे का मतलब है कि एक शतीरी कि वह सतीरी जिहदे उपर छत पाई जाएगी तो उस सतीरी नूं टिकाउण वास्ते थल्ले दो थम्मियां दित्तियां गईयां थल्ले दो थंम लाए गए। कबीर साहब कहंदे ने कबीर साहब कहंदे जदों दुचित्ते दी ये थून डिग पई जदों दुचित्ते दियां बल्लियां डिग पईयां तां फिर इन्हां दोनां दे आसरे टिकिया होया सी मोह। दुचित्ते दे आसरे मोह टिकिया होया सी क्योंकि बंदा दुविधा विच दुचित्ते विच है ते दुचित्ते विच मोह दी वजह करके हुण मोह इहदे आसरे टिकिया ते इह दुचित्ते दे आसरे टिकिया। जड़ियां थम्मियां ने ओह टिकियां होईयां ने सतीरी दे आसरे ते ओ सतीरी जिहड़ी है वो टिकी हुई है थम्मियां दे आसरे दोनों एक दूसरे दे सहारे खड़ोते हुए ने। बंदे दे मन विच जिहड़ा दुचित्तापन है वो है मोह की वजह करके कि मोह चीज़ां दा मोह पैसे दा मोह रूप रंग दा मोह धीआं पुत्तां दा मोह जो भी मोह है उस मोह करके ये दुचित्तापन भी है क्योंकि बंदे नूं लगदा है कि जे मैं पैसा त्याग देंगा चीज़ां त्याग देवांगा फिर जीवन किवें रहेगा। जे मैं पैसे वाले पासे नूं हो जाना तो फिर धर्म वाले पासों इधरों की जांदा रहांगा। इसलिए बंदा दुविधा दे विच ही फसिया रहिंदा।
क्योंकि लोग समझते हैं कि जे धर्म वाले पासे हो गए तो संसार वाले पासे जाते रहांगे, जे संसार वाल हो गए तो धर्म वाले पासे जाते रहांगे। इसलिए लोग एक पैर धर्म वाले पासे रखते हैं, एक संसार वाले। ना पूरी तरह संसारी हो पाते ने, ना पूरी तरह धर्मी हो पाते ने। गुरु साहब ने जोगियां नूं ये गल कही सी, गुरु नानक साहब ने। सतगुरु कहते ना तुसी पूरी तरह गृहस्थी हो सके, ना तुसी पूरी तरह जोगी सन्यासी हो सके। क्योंकि जोगी सन्यासी होके तुहाडे मनां विच इस्त्री दा, बच्चियां दा, माया दा, खाण पीण दीयां वस्तुआं, पैसे दा, इन्हां दा ही ख्याल आउंदा रहिंदा है। इस करके तुसी पूरी तरह सन्यासी भी नहीं, जोगी भी नहीं हो सके, ना तुसी गृहस्थी हो सके। क्योंकि जदों गृहस्थ विच सी उदों तुहानूं ਇਹ चिंता सताउंदी रही कि किते इस गृहस्थ विच उलझ के जीवन बर्बाद ही ना हो जाए। ये तो गृहस्थ उलझाई देगा, ना तुसी गृहस्थी हो सके ते ना तुसी धर्मी हो सके, जोगी सन्यासी हो सके। इसलिए सतगुरु कहते दोनों ही, मोह भी मिट गया ते दुचित्तापन भी मिट गया। गुरु ने अंदरों मोह भी मिटा दिता, ज्ञान की हनेरी ने मोह नूं भी मार दिता ते दुविधा नूं भी। दुचित्ते की दो थून गिरानी, मोह बलेंडा टूटा, तिशना शान परी धर ऊपर, दुरमत भांडा फूटा। तिशना दी शन जिहड़ी उपर छत सी, तिशना शान परी, जदों सहारा देण वालियां थंमियां दोनों डिग पईयां, जिहदे आसरे छत टिकी सी वो सतीरी वो डिग पई, तदों फिर जिहड़ी छत सी उन्हें तो डिगना ही सी ना, फिर वो बचदी किवें? तृष्णा दी छत, तृष्णा शान, तृष्णा होर हासिल करन दी तृष्णा कि होर मिल जाए, होर मिल जाए, होर मिल जाए, होर जिन्हों सतगुरु कहते सैल सकट्टे लख को उठता हुआ कि हजारां खटदा ते लखां दी खातर दौड़दा, लखां खटदा तो फिर करोड़ां वाले पासे नूं दौड़दा, करोड़ां हो जाते हैं तो फिर अरबां वाले पासे दौड़दा। ये तृष्णा कदे मुकदी होई नहीं। सतगुरु कहते कोट जोरे लाख करोरे मन ना हो रे, परै ही को लुझी है। ये तृष्णा बुझदी नहीं कदे, क्योंकि जदों भी जिहड़ी भी चीज़ नूं बंदा हासिल कर लवे उस चीज़ का तो हो जाता मालक। क्योंकि चाहता सी फलानी चीज़ मिले, वो मिल गई, उहदा मालक बन गया। तो जिहड़ी चीज़ का बंदा मालक बन जाता उस चीज़ वालों इहदा ध्यान हट जाता है, तो जिहड़ी चीज़ का मालक नहीं हुंदा इहदा ध्यान उस पासे लगता है, इहदा ध्यान उस पासे। क्योंकि जो हासिल करना सी वो कर लिया, हुण जो नहीं हासिल होया हुण उस पासे। तृष्णा बंदे नूं हमेशा इसे तरह उलझाई रखदी, होर दी भुख, होर दी लालसा, होर वड्डा रुतबा, होर वड्डा रुतबा, होर वड्डा रुतबा। सारी जिंदगी इवें ही होर दे चक्कर विच बंदा बर्बाद हो जाता है। लालच ही बंदे नूं लै डुबदा है, लालच ते तृष्णा ये मुकदी नहीं, बंदा मुक जाता है, बंदा मर जाता है पर तृष्णा नहीं मरदी। सतगुरु कहते ये तृष्णा दी शान डिग पई, हुण तृष्णा शान परी धर ऊपर, तृष्णा दी शान धरती उत्ते आ डिगी, दुरमत भांडा फुटा, ते दुरमत दा भांडा हुण फुट गया। दुरमत दा जो भैड़ी मत दा भांडा सी वो टुट गया, हुण कुछ भी नहीं बचिया पिछे। सब कुछ जो भरम दा घर सी ना बनिया होया कि भरम की टाटी, जो ये भरम दी छपरी बनी सी ये टुट गई। हुण कोई आसरा नहीं, किहदे आसरे टिके? ये किहदे आसरे टिके हुण? क्योंकि जब आसरा ही नहीं कोई बचिया, साडे मन अंदर कोई भी वासना, कोई भी तृष्णा, किसी तरह का भी औगण वो तदों ही टिकदा है जदों असीं उसनूं थोड़ा बहुत आसरा दिंदे हां, उहनूं सहारा दिंदे हां।
ਤਾਂ ਉਹ ਸਾਡੇ ਅੰਦਰ ਟਿਕਦਾ ਹੈ। ਮੋਹ ਟਿਕਿਆ ਹੋਇਆ ਕਿਉਂਕਿ ਅਸੀਂ ਉਹਨੂੰ ਸਹਾਰਾ ਦਿੱਤਾ ਹੋਇਆ ਹੈ। ਤ੍ਰਿਸ਼ਨਾ ਟਿਕੀ ਹੋਈ ਹੈ ਕਿਉਂਕਿ ਅਸੀਂ ਉਹਨੂੰ ਸਹਾਰਾ ਦਿੱਤਾ ਹੈ ਆਪਣੇ ਅੰਦਰ। ਇਸ ਨੂੰ ਆਪਣੇ ਆਪ ਅੰਦਰ ਵੇਖਣਾ ਕਿ ਮੈਂ ਕਿੱਥੇ ਉਹਨੂੰ ਸਹਾਰਾ ਦਿੱਤਾ ਹੈ, ਕਿੱਥੇ ਸਪੋਰਟ ਦਿੱਤੀ ਹੈ। ਕਾਮ ਕ੍ਰੋਧ ਸਾਡੇ ਮਨ ਵਿੱਚ ਵਾਰ-ਵਾਰ ਉੱਠਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਉੱਠਣ ਦੇ ਲਈ ਸਪੋਰਟ ਕਰਦੇ ਹਾਂ। ਕੁਝ ਨਾ ਕੁਝ ਐਸਾ ਕਰਦੇ ਹਾਂ, ਕੁਝ ਨਾ ਕੁਝ ਐਸਾ ਵੇਖਦੇ ਹਾਂ, ਕੁਝ ਨਾ ਕੁਝ ਐਸਾ ਸੁਣਦੇ ਹਾਂ ਜਿਨ੍ਹਾਂ ਨਾਲ ਮਨ ਅੰਦਰ ਕਾਮ ਜਾਂ ਕ੍ਰੋਧ ਜਾਂ ਲੋਭ ਜਾਂ ਮੋਹ ਇਹ ਉੱਠਦੇ ਨੇ ਕਿਉਂਕਿ ਅਸੀਂ ਉਹਨਾਂ ਨੂੰ ਸਹਾਰਾ ਦੇਣ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਾਂ। ਤਾਂ ਹੀ ਉਹ ਉੱਠਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਹੁਣ ਸਹਾਰਾ ਦੇਣ ਵਾਲਾ ਹੀ ਨਹੀਂ ਬਚਿਆ, ਜਦ ਕੋਈ ਆਸਰਾ ਦੇਣ ਵਾਲੀ ਚੀਜ਼ ਬਚੀ ਨਹੀਂ, ਛੱਤ ਨੂੰ ਸਹਾਰਾ ਦੇਣ ਵਾਲੀਆਂ ਥੰਮੀਆਂ ਬਚੀਆਂ ਹੀ ਨਹੀਂ, ਤਾਂ ਫਿਰ ਛੱਤ ਡਿੱਗਣੀ ਸੀ। ਕਾਮ ਕ੍ਰੋਧ ਨੂੰ ਜਦ ਸਪੋਰਟ ਕਰਨ ਵਾਲੀਆਂ ਗੱਲਾਂ ਬਚੀਆਂ ਨਹੀਂ, ਕਿਸੇ ਬੰਦੇ ਦੀਆਂ ਅਸ਼ਲੀਲ ਗੱਲਾਂ ਸੁਣਨ ਦੀ ਹੁਣ ਦਿਲਚਸਪੀ ਨਹੀਂ, ਕਿਸੇ ਬੰਦੇ ਦੀ ਕੋਈ ਮਾੜੀ ਚੀਜ਼ ਵੇਖਣ ਦੀ ਕੋਈ ਦਿਲਚਸਪੀ ਨਹੀਂ, ਤਾਂ ਫਿਰ ਕਾਮ ਕਿੱਥੇ ਟਿਕੇ, ਤਾਂ ਫਿਰ ਕ੍ਰੋਧ ਕਿੱਥੇ ਟਿਕੇ, ਲੋਭ ਕਿੱਥੇ ਟਿਕੇ। ਹੁਣ ਨਹੀਂ ਟਿਕਦਾ। ਹੁਣ ਡਿੱਗ ਪਈ ਛੰਨ, ਤਿਸ਼ਨਾ ਛਾਨ ਪਰੀ ਧਰ ਉੱਪਰ। ਹੁਣ ਡਿੱਗ ਪਈ ਛੰਨ, ਇਹ ਭਰਮ ਦੀ ਛੰਨ ਡਿੱਗ ਪਈ, ਦੁਰਮਤ ਦਾ ਭਾਂਡਾ ਫੁੱਟ ਗਿਆ। ਕਬੀਰ ਸਾਹਿਬ ਕਹਿੰਦੇ ਭਾਈ ਆਂਦੀ ਪਾਛੈ ਜੋ ਜਲ ਵਰਖੈ, ਹਨੇਰੀ ਤੋਂ ਮਗਰੋਂ ਜੋ ਮੀਂਹ ਪਿਆ। ਆਂਦੀ ਪਾਛੈ ਜੋ ਜਲ ਵਰਖੈ, ਜੋ ਹਨੇਰੀ ਤੋਂ ਮਗਰੋਂ ਮੀਂਹ ਵਰਖਿਆ, ਮੀਂਹ ਪਿਆ, ਉਸ ਮੀਂਹ ਦੇ ਵਿੱਚ ਤੇਰਾ ਜਨ ਭੀਨਾ। ਉਸ ਮੀਂਹ ਦੇ ਵਿੱਚ, ਉਸ ਵਰਖਾ ਦੇ ਵਿੱਚ ਤੇਰਾ ਜਨ ਭਿੱਜਿਆ। ਜਦੋਂ ਗਿਆਨ ਦੀ ਹਨੇਰੀ ਆਈ, ਹਨੇਰੀ ਤੋਂ ਬਾਅਦ ਅਕਸਰ ਹੀ ਮੀਂਹ ਆਉਂਦਾ ਨਾ, ਕਿ ਹਨੇਰੀ ਆਈ ਉਹ ਸਭ ਕੁਝ ਉਡਾ ਕੇ ਲੈ ਗਈ ਤੇ ਧੂੜ ਮਿੱਟੀ ਜੋ ਹਨੇਰੀ ਦੇ ਨਾਲ ਉੱਡੀ, ਮੀਂਹ ਨੇ ਉਹ ਸਾਰੀ ਬਿਠਾ ਦਿੱਤੀ। ਵਰਖਾ ਹੋਈ ਤੇ ਸਭ ਧੂੜ ਮਿੱਟੀ ਬਹਿ ਗਈ। ਬਿਲਕੁਲ ਹੁਣ ਸਾਰੇ ਪਾਸੇ ਸਾਫ਼-ਸਾਫ਼ ਦਿਖਾਈ ਦੇਣ ਲੱਗ ਪਿਆ। ਜਦੋਂ ਧੂੜ ਉੱਡਦੀ ਸੀ ਤਾਂ ਕੁਝ ਚੰਗੀ ਤਰ੍ਹਾਂ ਨਜ਼ਰ ਵੀ ਨਹੀਂ ਸੀ ਆਉਂਦਾ ਕਿਉਂਕਿ ਧੂੜ ਅੱਖਾਂ ਵਿੱਚ ਵੀ ਪੈਂਦੀ ਸੀ ਤੇ ਆਕਾਸ਼ ਵਿੱਚ ਵੀ ਦਿਖਾਈ ਦਿੰਦੀ ਸੀ ਉੱਡਦੀ। ਹੁਣ ਮੀਂਹ ਪਿਆ ਤੇ ਸਾਰੀ ਧੂੜ ਮਿੱਟੀ ਬਹਿ ਗਈ ਤੇ ਇਸ ਮੀਂਹ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਹੇ ਵਾਹਿਗੁਰੂ ਤੇਰਾ ਜਨ, ਤੇਰਾ ਭਗਤ ਭਿੱਜਿਆ ਇਸ ਮੀਂਹ ਦੇ ਵਿੱਚ। ਆਂਦੀ ਪਾਛੈ ਜੋ ਜਲ ਵਰਖੈ ਤੇ ਤੇਰਾ ਜਨ ਪੀਨਾ। ਇਸ ਗਿਆਨ ਦੀ ਹਨੇਰੀ ਤੋਂ ਬਾਅਦ ਜੋ ਤੇਰੇ ਨਾਮ ਦਾ ਮੀਂਹ ਪਿਆ, ਜੋ ਤੇਰੇ ਨਾਮ ਦਾ ਮੀਂਹ ਤੂੰ ਬਰਸਾਇਆ, ਅੰਮ੍ਰਿਤਮਈ ਜਲ ਜਿਹੜਾ ਵਰਸਿਆ ਤੇਰੇ ਨਾਮ ਦਾ, ਉਹਦੇ ਵਿੱਚ ਕਬੀਰ ਭਿੱਜਿਆ। ਤੇ ਤੇਰਾ ਜਨ ਪੀਨਾ, ਉਹਦੇ ਵਿੱਚ ਮੈਂ ਭਿੱਜ ਗਿਆ। ਕਹਿ ਕਬੀਰ ਮਨ ਭਇਆ ਪ੍ਰਗਾਸਾ। ਕਬੀਰ ਸਾਹਿਬ ਕਹਿੰਦੇ ਮਨ ਵਿੱਚ ਐਸਾ ਪ੍ਰਗਾਸ ਹੋਇਆ ਜਦੋਂ ਮੀਂਹ ਹਨੇਰੀ ਤੋਂ ਬਾਅਦ ਮੀਂਹ ਪੈਂਦਾ, ਮੀਂਹ ਪੈ ਹਟਦਾ ਤੇ ਉਸ ਤੋਂ ਬਾਅਦ ਜਦੋਂ ਸੂਰਜ ਨਿਕਲਦਾ, ਉਸ ਤੋਂ ਬਾਅਦ ਜਿਹੜਾ ਚਾਨਣ ਹੁੰਦਾ, ਜੋ ਸੂਰਜ ਦੀ ਰੋਸ਼ਨੀ ਹੁੰਦੀ ਹੈ, ਉਹ ਬੜੀ ਪਿਆਰੀ ਲੱਗਦੀ ਹੈ। ਕਦੇ ਵੇਖਣਾ, ਅਸੀਂ ਲੋਕ ਤੇ ਧਿਆਨ ਵੀ ਨਹੀਂ ਦਿੰਦੇ ਕਦੇ ਵੇਖਣਾ ਉਸ ਨੂੰ ਕਿ ਹਨੇਰੀ ਆਈ, ਹਨੇਰੀ ਤੋਂ ਬਾਅਦ ਮੀਂਹ ਪਿਆ, ਮੀਂਹ ਤੋਂ ਬਾਅਦ ਜੇ ਕਿਧਰੇ ਸੂਰਜ ਚੜ ਪਵੇ, ਜੇ ਕਿਤੇ ਬੱਦਲ ਸਾਫ਼ ਹੋ ਜਾਣ ਤੇ ਸੂਰਜ ਦਿਸ ਪਵੇ ਤਾਂ ਬਹੁਤ ਸੁੰਦਰ ਨਜ਼ਾਰਾ ਬਣਦਾ ਹੈ। ਕਬੀਰ ਸਾਹਿਬ ਕਹਿੰਦੇ ਕਹਿ ਕਬੀਰ ਮਨ ਭਇਆ ਪ੍ਰਗਾਸਾ। ਉਦੈ ਭਾਨ, ਭਾਨ ਮਤਲਬ ਸੂਰਜ, ਉਦੈ ਮਤਲਬ ਸੂਰਜ ਉਦੈ ਹੋਇਆ। ਜਦੋਂ ਸੂਰਜ ਉਦੈ ਹੋਇਆ ਤਾਂ ਐਸਾ ਪ੍ਰਕਾਸ਼ ਹੋਇਆ ਕਿ ਐਸੀ ਸੁੰਦਰਤਾ ਹਿਰਦੇ ਦੇ ਅੰਦਰ ਆ ਵਸੀ। ਹਿਰਦਾ ਐਸਾ ਸੁੰਦਰ ਹੋ ਗਿਆ ਕਿ ਉਹ ਦੱਸਿਆ ਨਹੀਂ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਵਕਤ ਮੱਠੀ ਮੱਠੀ ਹਵਾ ਚੱਲਦੀ ਹੈ, ਬੜਾ ਸੁਹਾਵਣਾ ਮੌਸਮ ਹੈ, ਮੀਂਹ ਪੈ ਕੇ ਹਟਿਆ ਤੇ ਇਸ
मौसम का हर बंदा आनंद लैंदा जे। कबीर साहब कहते वाहिगुरू की ऐसी रहमत हुई ज्ञान की हनेरी तो बाद उहदे नाम का वीह वरिया मीह वरिया ते मीह वरण तो बाद हिरदे दे विच ऐसा प्रकाश होया ज्ञान का कि सारे कर्म कांड, सारे पखंड, सारे वहम भरम हमेशा ले मिट गए, हमेशा ले खत्म हो गए। इसलिए ये सिर्फ ते सिर्फ उदों हुंदा जदों ज्ञान हुंदा, जदों ज्ञान हुंदा। जदों तक अज्ञानी हाँ असी लोग, जदों तक ज्ञान नहीं है उदों तक कई तरह के पखंडां विच उलझे रहंदे आ, उदों तक इन्हां वहमां भरमां विच पै रहिंदे आ कि बापू का श्राद्ध करना है, पितरां का श्राद्ध करना है, उदों तक इन्हां पखंडां विच असीं फसे रहिंदे आ। ख्याल रखना कोई दूसरा करे लख वारी करे उहदे ते कोई एतराज नहीं, क्योंकि उन्हों का धर्म कहता है कि श्राद्ध करना चाहिए, क्योंकि पितर भुखे रहिंदे ने साल भर, उन्होंने इजाजत है। पर सानू गुरबाणी इजाजत नहीं दिंदी, सानू गुरु नानक इजाजत नहीं दिंदे सिखां नूं। हाँ जिहड़ा सिख हो के भी इहो जिहे पखंड करदा है तो फिर उहनूं सिख कहना भी जिहड़ा है वो सिख शब्द की बेअदबी करना है, क्योंकि बहुत सारे लोग जिहड़े ने वो सिक्खी भेस विच हिंदुआं वाले सनातन धर्म वाले कर्म करते रहंदे ने। कबीर साहब कहंदे ने, कबीर साहब कहंदे भाई पितरां नूं जे मनना है ना अपने बजुर्गां नूं तां उन्हां नूं जिउंदे जी मनो, मरण तो बाद नहीं। कबीर साहब कहंदे जीवत पितर न माने को, कि जिउंदे जी लोग अपने पितरां नूं मनदे नहीं, बजुर्गां नूं। जिउंदे जी बजुर्ग बेचारा बैड ते पिया मंजे ते पिया वो पानी लई तड़फदा रहिंदा, ते जदों वो मर जांदा चिखा ते पिया हुंदा उदों उहदे मूँह विच घिओ पाउंदे ने। किहो जी दुनिया है। जदों वो मर जांदा फिर हर साल उहदा श्राद्ध करदे ने, उहनूं श्राद्ध दे कई तरह दीयां चीज़ां कई तरह दे पकवान तैयार करदे ने। जदों वो जिउंदा सी उदों बेचारे नूं खाण लई 2 वक्त की रोटी भी नसीब नहीं सी हुंदी। इसलिए कबीर साहब कहंदे जे पितर नूं मनना है, जे बजुर्ग नूं मनना है ना तो जिउंदे जी मन, मरण तो बाद नहीं। मरण तो बाद तुसीं कुछ भी नहीं करोगे तो कोई फर्क नहीं पवेगा। लोग कोई कुछ नहीं कहन लगे, लोग नहीं आखण लगे कि तुसीं अपने बापू का श्राद्ध नहीं किया भाई, लोग गुस्से नहीं होण लगे, होणगे भी तो कोई फर्क नहीं पैंदा, क्योंकि जिहड़ा बाद विच खर्चा करना है चंगा होवेगा कि असीं अपने माँ बाप दे जिउंदियां उन्हां दी सेवा ते कर लईए। कबीर साहब कहते जीवत पितर न माने को मूए श्राद्ध कराई, मरण तो बाद श्राद्ध कराउंदे ने। जीवत पितर जिहड़ा ये श्राद्ध है ये भी कौन खांदा है? कौआ कुकर खाही, कि कां ते कुत्ते खांदे ने। सब कुछ तैयार करके छत ते रख दिंदे ने लोग। अजकल ते ऐसा भी तुर पिया काम कि कां उन्होंने कुछ लोगों ने पालना शुरू कर लिया कि जो श्राद्ध के दिन आउणगे तां उन्हां दे घरां विच जिहड़े जिहड़े लोग श्राद्ध मनाउंदे ने अपने बजुर्गों का, उन्हां दे घरां विच अपने कां नूं लै जांदे ने ते उहदी माया लैंदे ने ते चलो पितरां तक खाना पहुंच जांदा है। दुकानदारी भी चल पई इहदे नाल। लोग इस तरह के पखंडां विच उलझे ने। इसलिए गुरु नानक साहब ने भी आसा की वार विच समझाया, सतगुरु कहंदे भाई मरण तो बाद बंदे दे नाल कुछ नहीं जांदा है, कुछ भी नहीं। इसलिए उहदे अपने कीते कर्म ही उहदे नाल निभदे ने। इस करके अखीर परमात्मा का नाम ही नाल निभदा है। आ साडे वल्लों कराए हुए बजुर्गों के श्राद्ध, उन्हां दी रोटी वो किते नहीं पहुंचदी, किते नहीं पहुंचदी। वो सिर्फ तो सिर्फ पंडित के पेट तो इलावा होर किते नहीं जाती। वध तो वध वो टॉयलेट तक भेज देगा उन्होंने, इस तो बाद वो किते नहीं ले जा सकता उसनूं। कोई बंदा इस गल का दावा नहीं कर सकता कि मरण तो बाद बंदे दे नाम उपर खाधा होया श्राद्ध वो किसी बजुर्ग तक पहुंच जाता होवेगा। गुरु नानक साहब ने जदों दुनी चंद ने अपने प्यो का श्राद्ध किया ना, तो दुनी चंद गुरु नानक साहब नूं कहंदा है कि मैं अपने पिता का श्राद्ध किया, तुसीं किरपा करके छको।
ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਪਤਾ ਹੈ ਕਿ ਤੇਰਾ ਪਿਓ ਕਿੱਥੇ ਹੈ, ਤੈਨੂੰ ਪਤਾ ਕਿ ਤੇਰਾ ਬਾਪ ਕਿੱਥੇ ਹੈ? ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ, ਮੈਨੂੰ ਤਾਂ ਇਹੀ ਦੱਸਿਆ ਗਿਆ, ਸਮਝਾਇਆ ਗਿਆ, ਸਦੀਆਂ ਤੋਂ ਸਾਨੂੰ ਇਹੀ ਦੱਸਦੇ ਰਹੇ ਨੇ ਬਜ਼ੁਰਗ ਕਿ ਜਦੋਂ ਬਜ਼ੁਰਗ ਕੋਈ ਚੜ੍ਹਾਈ ਕਰ ਜਾਏ ਤਾਂ ਉਹਦਾ ਹਰ ਸਾਲ ਸ਼ਰਾਧ ਕਰੀਦਾ। ਸਤਿਗੁਰੂ ਕਹਿੰਦੇ ਤੇਰਾ ਬਾਪ ਤੇ ਪਤਾ ਨਹੀਂ ਕਿਹੜੀ ਜੂਨੀ ਵਿੱਚ ਭਟਕਦਾ ਫਿਰਦਾ, ਉਹ ਤੇ ਪਤਾ ਨਹੀਂ ਕਿਹੜੀਆਂ ਜੂਨਾਂ ਵਿੱਚ ਭਟਕਦਾ ਫਿਰਦਾ, ਤੇ ਤੂੰ ਆ ਸ਼ਰਾਧ ਕਰਕੇ ਆਖਦਾ ਕਿ ਮੇਰਾ ਬਾਪੂ ਰੱਜ ਕੇ ਖਾ ਲੇਗਾ। ਸਤਿਗੁਰੂ ਕਹਿੰਦੇ ਉਹਦੇ ਤੱਕ ਤੇ ਪਹੁੰਚਣਾ ਹੀ ਨਹੀਂ। ਹੋ ਸਕਦਾ ਕਿ ਉਹ ਕਿਸੇ ਐਸੀ ਜੂਨੀ ਵਿੱਚ ਪਿਆ ਹੋਵੇ ਜਿਹੜੀ ਜੂਨੀ ਦੇ ਵਿੱਚ ਸਿਰਫ ਤੇ ਸਿਰਫ ਮਾਸ ਹੀ ਖਾਧਾ ਜਾਂਦਾ ਹੈ। ਹੋ ਸਕਦਾ ਉਹ ਕਿਸੇ ਐਸੀ ਜੂਨ ਵਿੱਚ ਪਿਆ ਹੋਵੇ ਜਿਸ ਦੇ ਵਿੱਚ ਸਿਰਫ ਕੀੜੇ ਮਕੌੜੇ ਹੀ ਖਾਧੇ ਜਾਂਦੇ ਹੋਣ। ਹੋ ਸਕਦਾ ਉਹ ਕਿਸੇ ਐਸੀ ਜੂਨ ਵਿੱਚ ਪਿਆ ਹੋਵੇ ਜਿੱਥੇ ਸਿਰਫ ਪੱਤੇ ਖਾ ਕੇ, ਘਾਹ ਫੂਸ ਖਾ ਕੇ ਪਸ਼ੂ ਨੂੰ ਗੁਜ਼ਾਰਾ ਕਰਨਾ ਪੈਂਦਾ। ਇਸ ਲਈ ਸਤਿਗੁਰੂ ਕਹਿੰਦੇ ਕਿਵੇਂ ਤੂੰ ਕਹਿ ਸਕਦਾ ਹੈ ਕਿ ਤੇਰਾ ਕੀਤਾ ਹੋਇਆ ਸ਼ਰਾਧ ਉਹ ਤੇਰੇ ਬਾਪੂ ਤੱਕ ਪਹੁੰਚ ਜਾਏਗਾ। ਦੁਨੀ ਚੰਦ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗਿਆ ਤੇ ਖਿਮਾ ਮੰਗੀ। ਸਤਿਗੁਰੂ ਨੇ ਕਿਹਾ ਕਿ ਭਾਈ ਜੇ ਕਿਸੇ ਨੂੰ ਖਵਾਉਣਾ ਹੈ ਨਾ ਤਾਂ ਕਿਸੇ ਲੋੜਵੰਦ ਨੂੰ, ਵੈਸੇ ਕਿਸੇ ਭੁੱਖੇ ਨੂੰ ਖਵਾ ਦੇ, ਕਿਸੇ ਜ਼ਰੂਰਤਮੰਦ ਦੀ, ਕਿਸੇ ਭੁੱਖੇ ਦੀ ਪੇਟ ਪੂਰੀ ਕਰ, ਉਹਦਾ ਪੇਟ ਭਰ, ਤੇਰਾ ਭਲਾ ਹੋਵੇ, ਉਹ ਤੈਨੂੰ ਦੁਆਵਾਂ ਦੇਵੇਗਾ। ਤੂੰ ਤੇ ਪੰਡਤ ਨੂੰ ਰੱਜੇ ਹੋਏ ਨੂੰ ਰਜਾ ਰਿਹਾ ਹੈ, ਉਹਦਾ ਕੀ ਲਾਭ? ਉਹਦਾ ਕੋਈ ਫਾਇਦਾ ਨਹੀਂ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਆਪਣੇ ਬਜ਼ੁਰਗਾਂ ਦੀ ਜਿਉਂਦੇ ਜੀ ਉਹਨਾਂ ਦੀ ਸੇਵਾ ਕਰੋ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ, ਸਤਿਗੁਰੂ ਕਹਿੰਦੇ ਕਿ ਜਿਉਂਦੇ ਜੀ ਤੇ ਪੁੱਤ ਪਿਓ ਨਾਲ ਝਗੜਦਾ ਰਹਿੰਦਾ ਤੇ ਮਰਨ ਤੋਂ ਬਾਅਦ ਪਿਓ ਦੀ ਯਾਦ ਵਿੱਚ ਸਮਾਗਮ ਕਰਾਉਂਦਾ ਫਿਰਦਾ। ਸਤਿਗੁਰੂ ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ, ਕਿ ਉਹਨਾਂ ਦੇ ਨਾਲ ਝਗੜਨਾ ਪਾਪ ਹੈ ਜਿਨ੍ਹਾਂ ਨੇ ਤੈਨੂੰ ਜਣਿਆ, ਜਿਨ੍ਹਾਂ ਨੇ ਤੈਨੂੰ ਇੱਥੇ ਤੱਕ ਪਹੁੰਚਾਇਆ ਹੈ। ਇਸ ਲਈ ਇਹਨਾਂ ਭਰਮਾਂ ਵਿੱਚੋਂ ਨਿਕਲੀਏ। ਇਹਨਾਂ ਵਹਿਮਾਂ ਭਰਮਾਂ ਵਿੱਚ ਕੱਖ ਨਹੀਂ ਪਿਆ ਹੈ। ਇਹਨਾਂ ਸ਼ਰਾਧਾਂ ਵਿੱਚ, ਗੁਰਮਤ ਦੇ ਵਿੱਚ ਇਹਨਾਂ ਦੀ ਕੋਈ ਥਾਂ ਨਹੀਂ, ਸਿੱਖੀ ਵਿੱਚ ਇਹਨਾਂ ਦੀ ਕੋਈ ਜਗ੍ਹਾ ਨਹੀਂ ਹੈ। ਪਰ ਤੁਸੀਂ ਅੱਜ ਵੇਖੋਗੇ, ਅੱਜ ਆਖਰੀ ਦਿਨ ਹੈ ਨਾ ਸ਼ਰਾਧ ਦਾ, ਤੇ ਅੱਜ ਕਹਿੰਦੇ ਕਹਾਉਂਦੇ ਸਰਦਾਰ ਉਹ ਥਾਲੀਆਂ ਲੈ ਲੈ ਕੇ ਗੁਰਦੁਆਰੇ ਆਉਂਦੇ ਦਿਖਾਈ ਦੇਣਗੇ, ਕਹਿੰਦੇ ਕਹਾਉਂਦੇ, ਆਪਣੇ ਆਪ ਨੂੰ ਵੱਡੇ ਵੱਡੇ ਸਿੱਖ ਕਹਾਉਣ ਵਾਲੇ। ਇਹ ਸਭ ਪਖੰਡੀ ਨੇ, ਕਿਉਂਕਿ ਇਹ ਗੁਰੂ ਨਾਨਕ ਦੇ ਬਚਨਾਂ ਨੂੰ ਨਹੀਂ ਮੰਨਦੇ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਗੱਲਾਂ ਨਹੀਂ ਮੰਨਦੇ। ਇਹ ਸਭ ਸਿਰਫ ਤੇ ਸਿਰਫ ਬਾਹਮਣ ਦੀ ਗੱਲ ਮੰਨਦੇ ਨੇ, ਕਿਉਂਕਿ ਬਾਹਮਣ ਕਹਿੰਦਾ ਕਿ ਮਰਿਆਂ ਦਾ ਸ਼ਰਾਧ ਕਰੀਦਾ। ਗੁਰੂ ਨਾਨਕ ਨਹੀਂ ਕਹਿੰਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਕਹਿੰਦੇ। ਇਸ ਲਈ ਜਿਹੜਾ ਬੰਦਾ ਐਸਾ ਕਰਦਾ ਉਹ ਸਿੱਖ ਨਹੀਂ ਹੋ ਸਕਦਾ ਹੈ, ਕਿਉਂਕਿ ਸਿੱਖੀ ਨੂੰ ਇਹਨਾਂ ਕਰਮਾਂ ਤੋਂ ਗੁਰੂ ਸਾਹਿਬ ਨੇ ਵਰਜ ਦਿੱਤਾ। ਹੋਈਆਂ ਭੁੱਲਾਂ ਲਿਖੇਵਾਂ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।